ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਦੇ ਵਿੱਚੋਂ ਇੱਕ ਨਦੀ ਗੁਜ਼ਰਦੀ ਸੀ। ਇਸ ਨਦੀ ਦੇ ਵਿੱਚ ਬਹੁਤ ਸਾਰੇ ਜੀਵ ਜੰਤੂ ਰਹਿੰਦੇ ਸਨ, ਖਾਸ ਕਰਕੇ ਮੱਛੀਆਂ। ਮੱਛੀਆਂ ਨੇ ਜਦੋਂ ਨਦੀ ਦੇ ਵਿੱਚ ਰਹਿਣਾ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਨਦੀ ਦੇ ਵਿੱਚ ਵਹਾਅ ਬੜਾ ਤੇਜ਼ ਹੁੰਦਾ ਹੈ। ਮੱਛੀਆਂ ਇੱਕ ਥਾਂ 'ਤੇ ਨਹੀਂ ਰਹਿ ਸਕਦੀਆਂ। ਸੋ ਨਦੀ ਦੇ ਨਾਲ ਲੱਗਦਾ ਕੋਈ ਛੋਟਾ ਮੋਟਾ ਤਲਾਬ, ਜਿੱਥੇ ਨਦੀ ਦਾ ਥੋੜ੍ਹਾ ਬਹੁਤ ਰਾਬਤਾ ਹੁੰਦਾ ਹੈ, ਮੱਛੀਆਂ ਫਿਰ ਉੱਥੇ ਰਹਿੰਦੀਆਂ ਨੇ ਜੇ ਉਹਨਾਂ ਨੇ ਪੱਕੇ ਤੌਰ 'ਤੇ ਇੱਕ ਖਾਸ ਇਲਾਕੇ ਦੇ ਵਿੱਚ ਰਹਿਣਾ ਹੋਵੇ। ਸੋ ਇਸ ਨਦੀ ਦੇ ਨਾਲ ਵੀ ਇੱਕ ਕਾਫੀ ਵੱਡਾ ਤਲਾਬ ਲੱਗਦਾ ਸੀ ਅਤੇ ਉਸ ਤਲਾਬ ਦਾ ਨਦੀ ਦੇ ਨਾਲ ਇੱਕ ਛੋਟਾ ਜਿਹਾ ਰਾਬਤਾ ਸੀ। ਨਦੀ ਦਾ ਤਾਜ਼ਾ ਪਾਣੀ ਉੱਥੇ ਪੈ ਜਾਇਆ ਕਰਦਾ ਸੀ ਅਤੇ ਜਿਹੜਾ ਤਲਾਬ ਦਾ ਪਾਣੀ ਹੁੰਦਾ ਸੀ ਉਹ ਘੁੰਮ ਕੇ ਤਲਾਬ ਦੇ ਵਿੱਚੋਂ ਹੁੰਦਾ ਹੋਇਆ ਦੁਬਾਰਾ ਨਦੀ ਦੇ ਵਿੱਚ ਹੋ ਕੇ ਅੱਗੇ ਨਿਕਲ ਜਾਇਆ ਕਰਦਾ ਸੀ। ਸੋ ਜਦੋਂ ਮੱਛੀਆਂ ਨੇ ਆਂਡੇ ਦੇਣੇ ਹੁੰਦੇ ਸੀ ਜਾਂ ਹੋਰ ਜੀਵ ਜੰਤੂਆਂ ਨੇ ਆਂਡੇ ਦੇਣੇ ਹੁੰਦੇ ਸੀ ਤਾਂ ਉਸ ਤਲਾਬ ਦੇ ਵਿੱਚ ਜਾ ਕੇ ਦਿੰਦੇ ਸੀ, ਕਿਉਂਕਿ ਉਹ ਆਂਡੇ ਗਾਂਹ ਨਹੀਂ ਸੀ ਵਹਿੰਦੇ, ਅਤੇ ਜੇ ਉਹ ਨਦੀ ਦੇ ਵਿੱਚ ਦਿੰਦੀਆਂ ਸਨ ਮੱਛੀਆਂ ਆਂਡੇ ਤਾਂ ਗਾਂਹ ਵਹਿ ਜਾਂਦੇ ਸਨ। ਸੋ ਉਹਨਾਂ ਨੂੰ ਆਂਡੇ ਦੇ ਕੇ ਉਹਨਾਂ ਦੀ ਹਿਫਾਜ਼ਤ ਕਰਨਾ ਸੌਖਾ ਹੋ ਜਾਂਦਾ ਸੀ ਜਦੋਂ ਉਹ ਤਲਾਬ ਦੇ ਵਿੱਚ ਆਂਡੇ ਦਿੰਦੀਆਂ ਸਨ। ਉਸ ਤਲਾਬ ਦੇ ਵਿੱਚ 3 ਮੱਛੀਆਂ ਐਸੀਆਂ ਸਨ ਜੋ ਪੱਕੀਆਂ ਮਿੱਤਰ ਸਨ। ਉਹਨਾਂ ਦਾ ਆਪਸ ਦੇ ਵਿੱਚ ਬੜਾ ਸਨੇਹ ਸੀ, ਪਿਆਰ ਸੀ, ਪਰ ਤਿੰਨਾਂ ਦਾ ਸੁਭਾਅ ਆਪਸ ਦੇ ਵਿੱਚ ਰਲਦਾ ਨਹੀਂ ਸੀ। ਤਿੰਨੋਂ ਮੱਛੀਆਂ ਵੱਖਰੇ ਵੱਖਰੇ ਸੁਭਾਅ ਦੀਆਂ ਮਾਲਕ ਸਨ। ਉਹ ਦਿਨ ਵੇਲੇ ਆਪਣਾ ਭੋਜਨ ਕਰਨ ਦੇ ਲਈ ਨਦੀ ਵਿੱਚ ਜਾਇਆ ਕਰਦੀਆਂ ਸਨ ਅਤੇ ਸ਼ਾਮ ਪੈਣ 'ਤੇ ਵਾਪਸ ਪਰਤ ਕੇ ਉਹ ਤਲਾਬ ਵਿੱਚ ਆ ਜਾਂਦੀਆਂ। ਜਦੋਂ ਕਦੇ ਲੱਗਦਾ ਕਿ ਅੱਜ ਭੋਜਨ ਦੀ ਜ਼ਰੂਰਤ ਨਹੀਂ ਤਾਂ ਉਹ ਸਾਰਾ ਦਿਨ ਹੀ ਤਲਾਬ ਵਿੱਚ ਬੈਠ ਕੇ ਗੁਜ਼ਾਰਿਆ ਕਰਦੀਆਂ ਸਨ। ਹੁਣ ਉਹਨਾਂ ਦੇ ਸੁਭਾਅ ਦੇ ਪੱਖ ਦੀ ਗੱਲ ਕਰਦੇ ਹਾਂ। ਤਿੰਨੋਂ ਵੱਖਰੇ ਵੱਖਰੇ ਸੁਭਾਅ ਦੀਆਂ ਮਾਲਕ ਸਨ। ਜਿਹੜੀ ਸਭ ਤੋਂ ਪਹਿਲੀ ਮਛਲੀ ਸੀ ਉਹ ਹਮੇਸ਼ਾ ਇਸ ਚੀਜ਼ ਦੇ ਉੱਤੇ ਭਰੋਸਾ ਕਰਦੀ ਸੀ ਕਿ ਜੇ ਉਹ ਕਰਮ ਕਰੇਗੀ ਤਾਂ ਉਹਨੂੰ ਕੁਛ ਮਿਲ ਜਾਏਗਾ। ਉਹ ਹੱਥੀਂ ਕੰਮ ਕਰਨ ਦੇ ਵਿੱਚ ਉਸਦੀ ਹਮੇਸ਼ਾ ਖੁਸ਼ੀ ਰਹਿੰਦੀ ਸੀ। ਉਹ ਹਮੇਸ਼ਾ ਸੋਚਦੀ ਸੀ ਕਿ ਜੇ ਕੋਈ ਸਾਨੂੰ ਪਤਾ ਲੱਗ ਗਿਆ ਕੋਈ ਮੁਸੀਬਤ ਪੈਣ ਵਾਲੀ ਹੈ, ਕੋਈ ਔਕੜ ਆਉਣ ਵਾਲੀ ਹੈ, ਕੋਈ ਮੁਸ਼ਕਿਲ ਸਾਡੇ 'ਤੇ ਪਵੇਗੀ ਤਾਂ ਸਾਨੂੰ ਉਸ ਦਾ ਪਹਿਲਾਂ ਹੀ ਬੰਦੋਬਸਤ ਕਰ ਲੈਣਾ ਚਾਹੀਦਾ ਹੈ। ਕੋਈ ਵੀ ਕੰਮ ਸਾਨੂੰ ਉਡੀਕਣਾ ਨਹੀਂ ਚਾਹੀਦਾ। ਕੰਮ ਸਾਨੂੰ ਪਹਿਲਾਂ ਕਰਕੇ ਰੱਖਣੇ ਚਾਹੀਦੇ ਨੇ। ਜੇ ਕੋਈ ਖਤਰਾ ਹੈ, ਜੇ ਕਿਸੇ ਨਾ ਕਿਸੇ ਪਾਸਿਓਂ ਸਾਨੂੰ ਚੇਤਾਵਨੀ ਮਿਲਦੀ ਹੈ ਜਾਂ ਇਸ ਤਰ੍ਹਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਔਕੜ ਆ ਸਕਦੀ ਹੈ, ਕੁਛ ਵੱਡਾ ਵਾਪਰ ਸਕਦਾ ਹੈ, ਅਤੇ ਸਾਨੂੰ ਪਹਿਲਾਂ ਹੀ ਕੁਛ ਨਾ ਕੁਛ ਕਰਕੇ ਰੱਖ ਲੈਣਾ ਚਾਹੀਦਾ ਹੈ। ਸੋ ਉਹ ਕੰਮ ਕਰਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ। ਹਮੇਸ਼ਾ ਉਹ ਉੱਦਮ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਕਿ ਇੱਕ ਤਿਆਰੀ ਪਹਿਲਾਂ ਕਰਕੇ ਰੱਖੋ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਜਿਹੜੀ ਦੂਸਰੀ ਮਛਲੀ ਸੀ ਉਸ ਦਾ ਸੁਭਾਅ ਬੜਾ ਆਲਸੀ ਸੀ। ਉਹ ਬਹੁਤ ਤੇਜ਼ ਦਿਮਾਗ ਸੀ ਪਰ ਉਹ ਆਲਸੀ ਸੀ। ਉਹ ਹਮੇਸ਼ਾ ਇਹ ਸਮਝਦੀ ਸੀ ਕਿ ਜਦੋਂ ਜੋ ਕੁਛ ਹੋਣ ਵਾਲਾ ਹੋਇਆ, ਜਦੋਂ ਐਨ ਟਾਈਮ 'ਤੇ ਆ ਗਿਆ ਉਦੋਂ ਕੋਈ ਨਾ ਕੋਈ ਹੱਲ ਨਿਕਲ ਜਾਵੇਗਾ। ਅਤੇ ਉਹਦੇ ਨਾਲ ਹੁੰਦਾ ਵੀ ਇਸੇ ਤਰ੍ਹਾਂ ਹੀ ਸੀ। ਜਦੋਂ ਕੋਈ ਨਾ ਕੋਈ ਮੁਸੀਬਤ ਆਣ ਪੈਂਦੀ ਸੀ, ਜਦੋਂ ਬਹੁਤ ਥੋੜ੍ਹਾ ਵਕਤ ਰਹਿ ਜਾਂਦਾ ਸੀ, ਉਹ ਆਪਣਾ ਦਿਮਾਗ ਲਗਾ ਕੇ ਨਿਕਲ ਜਾਇਆ ਕਰਦੀ ਸੀ, ਮੁਸੀਬਤ ਤੋਂ ਬਚ ਜਾਇਆ ਕਰਦੀ ਸੀ। ਸੋ ਉਹਦੇ ਉੱਤੇ ਪ੍ਰਮਾਤਮਾ ਦੀ ਕਿਰਪਾ ਸੀ ਕਿ ਉਸ ਨੂੰ ਦਿਮਾਗੀ ਤੌਰ 'ਤੇ, ਜ਼ਿਹਨੀ ਤੌਰ 'ਤੇ ਬੜੀ ਮਜ਼ਬੂਤੀ ਹਾਸਲ ਸੀ, ਪਰ ਉਹ ਆਲਸੀ ਸੀ। ਸਮੇਂ ਤੋਂ ਪਹਿਲਾਂ ਉਹ ਕੋਈ ਵੀ ਕੰਮ ਕਰਕੇ ਰਾਜੀ ਨਹੀਂ ਸੀ ਹੁੰਦੀ। ਉਹ ਆਪਣਾ ਆਲਸ ਦੇ ਵਿੱਚ ਮਸ਼ਰੂਫ ਹੁੰਦੀ ਸੀ, ਆਪਣਾ ਆਰਾਮ ਕਰਦੀ ਸੀ, ਨੀਂਦ ਪੂਰੀ ਕਰਦੀ ਸੀ। ਭੋਜਨ ਵੀ ਉਹ ਓਨਾ ਕੁ ਇਕੱਠਾ ਕਰਦੀ ਜਦੋਂ ਉਹਨੂੰ ਲੋੜ ਪੈਂਦੀ, ਜਦੋਂ ਉਹਨੂੰ ਬਹੁਤ ਭੁੱਖ ਲੱਗ ਜਾਂਦੀ। ਪਹਿਲਾਂ ਤੋਂ ਉਹ ਭੋਜਨ ਇਕੱਠਾ ਨਹੀਂ ਸੀ ਕਰਦੀ। ਸੋ ਇਸ ਕਰਕੇ ਉਹ ਬਹੁਤ ਵੱਡੀ ਆਲਸੀ ਸੀ, ਪਰ ਦਿਮਾਗ ਉਹਦੇ ਕੋਲ ਸੀ। ਜਿਹੜੀ ਤੀਜੀ ਮਛਲੀ ਸੀ ਉਹ ਸਿਰਫ ਅਤੇ ਸਿਰਫ ਕਿਸਮਤ 'ਤੇ ਭਰੋਸਾ ਕਰਦੀ ਸੀ। ਉਸ ਨੂੰ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜਾ ਕੁਛ ਮੇਰੀ ਕਿਸਮਤ ਦੇ ਵਿੱਚ ਹੋਇਆ ਉਹ ਆਪਣੇ ਆਪ ਮੈਨੂੰ ਮਿਲ ਜਾਣਾ। ਜਿਹੜਾ ਕੁਛ ਕਿਸਮਤ ਦੇ ਵਿੱਚ ਲਿਖਿਆ ਹੋਇਆ ਉਹ ਵਾਪਰ ਕੇ ਹੀ ਰਹੇਗਾ। ਜਿਹੜਾ ਕੁਛ ਕਿਸਮਤ ਦੇ ਵਿੱਚ ਲਿਖਿਆ ਉਸ ਨੂੰ ਕਿਸੇ ਵੀ ਢੰਗ ਨਾਲ ਤਬਦੀਲ ਨਹੀਂ ਕੀਤਾ ਜਾ ਸਕਦਾ। ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਪਹਿਲੀ ਮਛਲੀ ਜੋ ਕੰਮ ਕਰਦੀ ਹੈ ਉਹ ਸਾਰਾ ਬੇਕਾਰ ਹੈ। ਜੇ ਉਹਦੀ ਕਿਸਮਤ ਦੇ ਵਿੱਚ ਹੋਇਆ ਤਾਂ ਉਸ ਨੂੰ ਮਿਲ ਜਾਇਆ ਕਰੇਗਾ, ਉਸ ਦਾ ਕੰਮ ਕਰਨਾ ਵਿਅਰਥ ਹੈ। ਉਸ ਨੂੰ ਇਹ ਵੀ ਲੱਗਦਾ ਸੀ ਕਿ ਜਿਹੜੀ ਦੂਸਰੀ ਮਛਲੀ ਹੈ ਉਹ ਦਿਮਾਗ ਦੇ ਉੱਤੇ ਬਹੁਤ ਨਿਰਭਰ ਕਰਦੀ ਹੈ। ਦਿਮਾਗ ਨਾਮ ਦੀ ਉਸ ਨੂੰ ਲੱਗਦਾ ਕੋਈ ਸ਼ੈ ਨਹੀਂ ਹੁੰਦੀ। ਜੇ ਕਿਸਮਤ ਹੋਇਆ, ਕਿਸਮਤ ਦੇ ਵਿੱਚ ਹੋਇਆ ਤਾਂ ਦਿਮਾਗ ਚੱਲੇਗਾ, ਨਾ ਹੋਇਆ ਤਾਂ ਨਹੀਂ ਚੱਲੇਗਾ। ਇਸ ਕਰਕੇ ਉਸ ਦੀ ਕਈ ਵਾਰੀ ਦੋਵਾਂ ਦੇ ਨਾਲ ਬਹਿਸ ਵੀ ਹੋ ਜਾਂਦੀ ਸੀ। ਅਕਸਰ ਬਹਿਸ ਤਾਂ ਤਿੰਨਾਂ ਦੀ ਹੋ ਜਾਂਦੀ ਸੀ, ਪਰ ਤੀਜੀ ਸਭ ਤੋਂ ਵੱਧ ਬਹਿਸ ਕਰਦੀ ਸੀ ਕਿ ਤੁਸੀਂ ਬਿਨਾਂ ਵਜ੍ਹਾ ਆਪਣਾ ਜਿਹੜਾ ਸਮਾਂ ਹੈ ਉਹ ਵਿਅਰਥ ਗਵਾਉਂਦੇ ਹੋ। ਤੁਹਾਨੂੰ ਜਿਹੜਾ ਕੁਛ ਕਿਸਮਤ ਦੇ ਵਿੱਚ ਲਿਖਿਆ ਹੋਇਆ ਇੱਥੇ ਬੈਠਿਆਂ ਬਿਠਾਇਆ ਹੀ ਮਿਲ ਜਾਣਾ, ਜਿਸ ਤਰ੍ਹਾਂ ਮੈਨੂੰ ਮਿਲ ਰਿਹਾ। ਉਹਨਾਂ ਨੇ ਬਹੁਤ ਵਾਰ ਕਿਹਾ ਕਿ ਇਸ ਤਰ੍ਹਾਂ ਨਹੀਂ ਹੁੰਦਾ। ਹੋ ਸਕਦਾ ਅੱਜ ਤੇਰੀ ਕਿਸਮਤ ਤੇਰਾ ਸਾਥ ਦੇ ਰਹੀ ਹੋਵੇ, ਜੇ ਕੱਲ੍ਹ ਨੂੰ ਨਾ ਦਿੱਤਾ ਤਾਂ ਫਿਰ। ਪਰ ਉਹ ਹਮੇਸ਼ਾ ਹੀ ਕਹਿੰਦੀ ਸੀ ਕਿ ਕਿਸਮਤ ਬਹੁਤ ਵੱਡੀ ਚੀਜ਼ ਹੈ। ਇੱਕ ਦਿਨ ਕੀ ਹੋਇਆ, ਮਛੁਆਰੇ ਉਸ ਨਦੀ ਦੇ ਵਿੱਚੋਂ ਅਕਸਰ ਮੱਛੀਆਂ ਫੜ ਕੇ ਲਿਜਾਇਆ ਕਰਦੇ ਸਨ, ਪਰ ਮੱਛੀਆਂ ਕਾਫੀ ਚੁਸਤ ਚਲਾਕ ਸਨ। ਜਿਵੇਂ ਉਹਨਾਂ ਨੂੰ ਪਤਾ ਲੱਗਦਾ ਕਿ ਮਛੁਆਰੇ ਆ ਗਏ ਤਾਂ ਉਹ ਨਦੀ ਦੇ ਗਹਿਰੇ ਪਾਣੀ ਵੱਲ ਚਲੀਆਂ ਜਾਂਦੀਆਂ, ਜਾਂ ਉਹ ਜਿਹੜਾ ਬਹੁਤ ਛੋਟਾ ਰਾਬਤਾ ਸੀ ਝਾੜੀਆਂ ਦੇ ਵਿੱਚ ਦੀ ਹੁੰਦਾ ਹੋਇਆ ਤਲਾਬ ਨੂੰ ਜਾਂਦਾ ਸੀ। ਉਸ ਤਲਾਬ ਦਾ ਮਛੁਆਰਿਆਂ ਨੂੰ ਨਹੀਂ ਸੀ ਪਤਾ। ਉਹ ਮਛਲੀਆਂ ਦੌੜ ਕੇ ਉਸ ਤਲਾਬ ਦੇ ਵਿੱਚ ਜਾ ਕੇ ਲੁਕ ਜਾਇਆ ਕਰਦੀਆਂ ਸਨ, ਅਤੇ ਮਛੁਆਰਿਆਂ ਦਾ ਹੌਲੀ ਹੌਲੀ ਕੰਮ ਘਟਣ ਲੱਗਾ।
ਮਛੁਆਰੇ ਬਹੁਤ ਵਾਰ ਨਿਰਾਸ਼ ਹੋ ਕੇ ਵਾਪਸ ਜਾਂਦੇ। ਉਹ ਜੋ ਕੁਝ ਸੋਚ ਕੇ ਆਏ ਹੁੰਦੇ, ਉਹਨਾਂ ਦਾ ਜਿਹੜਾ ਟੀਚਾ ਸੀ ਉਹ ਪੂਰਾ ਨਹੀਂ ਸੀ ਹੁੰਦਾ। ਉਹ ਜਿਹੜਾ ਕੁਝ ਸੋਚਿਆ ਹੁੰਦਾ ਸੀ ਉਹਨਾਂ ਨੂੰ ਮੱਛੀਆਂ ਦੇ ਰੂਪ ਵਿੱਚ ਮਾਲ ਨਹੀਂ ਸੀ ਮਿਲਿਆ ਕਰਦਾ। ਸੋ ਅਕਸਰ ਉਹ ਨਾਰਾਜ਼ ਹੋ ਕੇ, ਉਦਾਸ ਹੋ ਕੇ ਵਾਪਸ ਜਾਣ ਲੱਗੇ। ਵਾਪਸ ਜਾਣ ਵੇਲੇ ਉਹ ਗੱਲਾਂ ਕਰਿਆ ਕਰਦੇ ਕਿ ਹੋ ਸਕਦਾ ਹੈ ਸਾਨੂੰ ਇਹ ਕਿੱਤਾ ਛੱਡਣਾ ਪੈ ਜਾਵੇ। ਜਿਸ ਤਰੀਕੇ ਨਾਲ ਸਾਨੂੰ ਮੱਛੀਆਂ ਨਹੀਂ ਮਿਲ ਰਹੀਆਂ, ਜਿਸ ਤਰੀਕੇ ਨਾਲ ਸਾਡੇ ਕੰਮ ਦੇ ਵਿੱਚ ਮੰਦੀ ਹੋ ਰਹੀ ਹੈ, ਸਾਡਾ ਵਪਾਰ ਮੱਧਮ ਪੈ ਰਿਹਾ ਹੈ, ਇਹ ਵੀ ਸੰਭਵ ਹੈ ਕਿ ਕੱਲ੍ਹ ਨੂੰ ਬੱਚਿਆਂ ਦੀ ਰੋਟੀ ਪੂਰਾ ਕਰਨ ਜੋਗਾ ਵੀ ਸਾਨੂੰ ਮਾਲ ਨਾ ਲੱਭੇ। ਸੋ ਇਸ ਕਰਕੇ ਉਹ ਅਕਸਰ ਗੱਲਾਂ ਬਾਤਾਂ ਕਰਿਆ ਕਰਦੇ ਕਿ ਸਾਨੂੰ ਹੋ ਸਕਦਾ ਹੈ ਸ਼ਹਿਰ ਦੇ ਵਿੱਚ ਜਾ ਕੇ ਮਜ਼ਦੂਰੀ ਕਰਨੀ ਪਵੇ ਜਾਂ ਕੋਈ 2-4 ਕੰਮ ਹੋਰ ਸਿੱਖਣੇ ਪੈ ਸਕਦੇ ਨੇ, ਕਿਉਂਕਿ ਇਹ ਵਪਾਰ ਦਿਨ ਬ ਦਿਨ ਮੰਦਾ ਹੁੰਦਾ ਜਾਂਦਾ ਹੈ। ਇੱਕ ਦਿਨ ਉਹ ਸਵੇਰ ਵੇਲੇ ਆਏ। ਸਵੇਰ ਵੇਲੇ ਤੋਂ ਉਹ ਜਾਲ ਪਾਉਣ ਲੱਗੇ। ਦੁਪਹਿਰ ਤੱਕ ਉਹਨਾਂ ਨੂੰ ਕੁਝ ਨਹੀਂ ਲੱਭਾ। ਦੁਪਹਿਰ ਤੋਂ ਬਾਅਦ ਥੱਕ ਹਾਰ ਕੇ ਬੈਠ ਗਏ, ਆਰਾਮ ਕੀਤਾ, ਭੋਜਨ ਕੀਤਾ, ਫਿਰ ਨਦੀ ਦੇ ਵਿੱਚ ਜਾਲ ਮਾਰਨੇ ਸ਼ੁਰੂ ਕਰ ਦਿੱਤੇ। ਆਪਣੀ ਜਾਨ ਵੀ ਉਹ ਦਾਅ 'ਤੇ ਲਾਉਂਦੇ, ਬਹੁਤ ਡੂੰਘੇ ਪਾਣੀ ਵੱਲ ਚਲੇ ਜਾਂਦੇ। ਪਰ ਕਿੰਨਾ ਕੁ ਚਿਰ ਰਹਿ ਸਕਦੇ ਸੀ? ਆਖਰ ਇਨਸਾਨ ਨੇ ਸਾਹ ਲੈਣਾ ਹੈ, ਬਾਹਰ ਤਾਂ ਆਉਣਾ ਹੀ ਪਵੇਗਾ। ਫਿਰ ਬਾਹਰ ਆ ਜਾਂਦੇ ਨਿਰਾਸ਼ਾ, ਉਦਾਸੀ ਲੈ ਕੇ। ਵਾਰ-ਵਾਰ ਉਹ ਜਾਲ ਮਾਰਦੇ ਰਹੇ। ਸ਼ਾਮ ਤੱਕ ਬਹੁਤ ਘੱਟ ਮੱਛੀਆਂ ਉਹਨਾਂ ਨੂੰ ਮਿਲੀਆਂ। ਹੈਰਾਨ ਹੋ ਕੇ, ਪਰੇਸ਼ਾਨ ਹੋ ਕੇ, ਤਕਰੀਬਨ ਜਿਵੇਂ ਕੋਈ ਰੋਣ ਵਾਲਾ ਹੋ ਜਾਂਦਾ, ਰੋਣ ਹੱਕੇ ਹੋ ਕੇ ਜਦੋਂ ਘਰਾਂ ਨੂੰ ਵਾਪਸ ਪਰਤਣ ਲੱਗੇ ਤਾਂ ਅਸਮਾਨ ਦੇ ਵਿੱਚ ਦੇਖਦੇ ਨੇ ਕਿ ਜਿਹੜਾ ਝਾੜੀਆਂ ਦਾ ਝੁੰਡ ਜਿਹਾ, ਉਸ ਪਿੱਛੋਂ ਕੁਝ ਬੰਗਲੇ ਉੱਡੇ ਨੇ, ਸਾਰਿਆਂ ਦੇ ਮੂੰਹ ਵਿੱਚ ਮੱਛੀਆਂ ਨੇ। ਇੱਕਦਮ ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ ਕਿ ਮੱਛੀਆਂ ਤਾਂ ਇੱਥੇ ਹੈ, ਸਾਨੂੰ ਜਗ੍ਹਾ ਲੱਭਣੀ ਪਵੇਗੀ, ਸਾਨੂੰ ਥਾਂ ਲੱਭਣਾ ਪਵੇਗਾ। ਸਾਰੇ ਜਣੇ ਇਕੱਠੇ ਹੋ ਕੇ ਉਧਰ ਨੂੰ ਗਏ। ਜਦੋਂ ਅੱਗੇ ਜਾ ਕੇ ਦੇਖਦੇ ਨੇ ਕਿ ਇਹ ਤਾਂ ਬਹੁਤ ਵੱਡਾ ਤਲਾਬ ਹੈ। ਇੱਕ ਦੂਜੇ ਨਾਲ ਗੱਲ ਕਰਦੇ ਨੇ ਕਿ ਅੱਜ ਤਾਂ ਹੁਣ ਸ਼ਾਮ ਹੋ ਗਈ ਹੈ, ਹਨੇਰਾ ਪੈਣ ਵਾਲਾ ਹੈ, ਸਾਨੂੰ ਪਤਾ ਲੱਗ ਗਿਆ ਕਿ ਮੱਛੀਆਂ ਦਾ ਠਿਕਾਣਾ ਕੀ ਹੈ। ਕੱਲ੍ਹ ਨੂੰ ਇੱਥੇ ਆ ਕੇ ਜਾਲ ਮਾਰਾਂਗੇ ਅਤੇ ਮੱਛੀਆਂ ਫੜ ਕੇ ਲੈ ਜਾਵਾਂਗੇ। ਹੁਣ ਉਹ ਤਿੰਨੇ ਮੱਛੀਆਂ ਨੇ ਇਹ ਗੁਫ਼ਤਗੂ ਸੁਣ ਲਈ। ਇੱਕ ਦੂਜੇ ਨੂੰ ਕਹਿਣ ਲੱਗੀਆਂ ਕਿ ਹੁਣ ਮੁਸੀਬਤ ਆਣ ਪਈ ਹੈ, ਹੁਣ ਸਾਡੇ ਉੱਤੇ ਕੱਲ੍ਹ ਨੂੰ ਮੁਸ਼ਕਲ ਆ ਜਾਵੇਗੀ, ਹੁਣ ਆਪਾਂ ਨੂੰ ਇੱਥੋਂ ਭੱਜਣਾ ਚਾਹੀਦਾ ਹੈ। ਪਹਿਲੀ ਮੱਛੀ ਨੇ ਇਹ ਦੂਜਿਆਂ ਨੂੰ ਸਲਾਹ ਦਿੱਤੀ ਕਿ ਆਪਾਂ ਇੱਥੋਂ ਭੱਜ ਜਾਈਏ, ਮੁਸੀਬਤ ਆਉਣ ਵਾਲੀ ਹੈ। ਜਿਹੜੀ ਕੰਮ ਦੇ ਵਿੱਚ ਵਿਸ਼ਵਾਸ ਰੱਖਦੀ ਸੀ, ਕਰਮ ਦੇ ਵਿੱਚ ਵਿਸ਼ਵਾਸ ਰੱਖਦੀ ਸੀ। ਦੂਜੀ ਜਿਹੜੀ ਆਲਸੀ ਮੱਛੀ ਹੈ, ਉਹ ਕਹਿੰਦੀ ਜ਼ਰੂਰੀ ਨਹੀਂ, ਹੋ ਸਕਦਾ ਹੈ ਬਹੁਤ ਜ਼ਿਆਦਾ ਮੀਂਹ ਪੈ ਜਾਵੇ, ਕੱਲ੍ਹ ਨੂੰ ਇਹਨਾਂ ਦਾ ਪਿੰਡ ਹੀ ਰੁੜ ਜਾਵੇ, ਹੋ ਸਕਦਾ ਐਸਾ ਝੱਖੜ ਵਗੇ ਕਿ ਇਹ ਭੁੱਲ ਕੇ ਕਿਸੇ ਹੋਰ ਪਾਸੇ ਚਲੇ ਜਾਣ। ਇਹ ਵੀ ਹੋ ਸਕਦਾ ਕਿ ਕੱਲ੍ਹ ਤੱਕ ਇਹਨਾਂ ਦੀ ਯਾਦਾਸ਼ਤ ਚਲੀ ਜਾਵੇ, ਇਹਨਾਂ ਨੂੰ ਖਿਆਲ ਹੀ ਉੱਕ ਜਾਵੇ। ਇਹ ਵੀ ਹੋ ਸਕਦਾ ਕਿ ਹੋਰ ਜ਼ਰੂਰੀ ਕੰਮ ਵਜੋਂ ਕਿਤੇ ਹੋਰ ਚਲੇ ਜਾਣ, ਮੈਂ ਤਾਂ ਨਹੀਂ ਜਾਵਾਂਗੀ ਛੱਡ ਕੇ। ਤੀਸਰੀ ਮੱਛੀ ਕਹਿੰਦੀ ਹੈ ਕਿ ਇਹ ਸਾਰਾ ਕੁਝ ਕਿਸਮਤ ਨੇ ਕਰਨਾ ਹੈ। ਜੇ ਕਿਸਮਤ ਦੇ ਵਿੱਚ ਫੜਨਾ ਲਿਖਿਆ ਹੋਇਆ ਤੇ ਆਪਾਂ ਕਿਸੇ ਵੀ ਕੋਨੇ 'ਤੇ ਛੁਪ ਜਾਈਏ, ਫੜੀਆਂ ਜਾਵਾਂਗੀਆਂ, ਤੇ ਜੇ ਬਚਣਾ ਹੋਇਆ ਤੇ ਇੱਥੇ ਬਚ ਜਾਵਾਂਗੀਆਂ। ਸੋ ਮੈਂ ਵੀ ਨਹੀਂ ਛੱਡ ਰਹੀ। ਪਹਿਲੀ ਮਛਲੀ ਨੇ ਉਹਨਾਂ ਦੀ ਵਾਰਤਾਲਾਪ ਸੁਣੀ ਤੇ ਉਹ ਉੱਥੋਂ ਚਲੀ ਗਈ। ਬਹੁਤੀ ਦੂਰ ਨਹੀਂ ਗਈ, ਉਹ ਉਸ ਰਾਬਤੇ ਦੇ ਵਿੱਚ ਡੂੰਘੀ ਜਾ ਕੇ ਲੁਕ ਗਈ ਜਿੱਥੋਂ ਉਸ ਨੂੰ ਤਲਾਬ ਵੀ ਦਿਸ ਰਿਹਾ ਸੀ, ਨਦੀ ਵੀ ਦਿਸ ਰਹੀ ਸੀ, ਪਰ ਉੱਥੇ ਜਾਲ ਨਹੀਂ ਸੀ ਪਹੁੰਚ ਸਕਦਾ। ਦੂਜੀਆਂ ਦੋਵੇਂ ਉੱਥੇ ਰਹੀਆਂ। ਅਗਲੇ ਦਿਨ ਸਵੇਰ ਵੇਲੇ ਜਦੋਂ ਮਛੁਆਰੇ ਆਏ ਤਾਂ ਉਹਨਾਂ ਦੇ ਹੱਥਾਂ ਪੈਰਾਂ ਨੂੰ ਪੈ ਗਈ ਜਿਹੜੀ ਦੂਸਰੀ ਮਛਲੀ ਤੇ ਤੀਸਰੀ ਮਛਲੀ ਸੀ। ਦੂਸਰੀ ਮਛਲੀ ਕਿਉਂਕਿ ਦਿਮਾਗੀ ਸੀ, ਉਸ ਕੋਲ ਦਿਮਾਗ ਸੀ, ਉਹ ਭੱਜ ਕੇ ਇੱਕ ਮੁਰਦਾ ਮਛਲੀ ਦੇ ਵਿੱਚ ਵੜ ਗਈ। ਉਹਨਾਂ ਨੇ ਜਾਲ ਮਾਰਿਆ, ਉਹ ਮੁਰਦਾ ਮਛਲੀ ਵੀ ਫੜੀ ਗਈ ਤੇ ਕਿਸਮਤ ਤੇ ਭਰੋਸਾ ਕਰਨ ਵਾਲੀ ਵੀ। ਕਿਸਮਤ ਤੇ ਭਰੋਸਾ ਕਰਨ ਵਾਲੀ ਨੇ ਬਥੇਰਾ ਭਰੋਸਾ ਕੀਤਾ ਪਰ ਉਹ ਫੜੀ ਗਈ। ਪਰ ਜਦੋਂ ਉਹਨਾਂ ਮਛੁਆਰਿਆਂ ਨੇ ਦੇਖਿਆ ਕਿ ਇੱਕ ਵਿੱਚ ਮੁਰਦਾ ਮਛਲੀ ਹੈ, ਉਹਦੇ ਵਿੱਚੋਂ ਸੜਾਂਦ ਆ ਰਹੀ ਸੀ, ਉਹਨਾਂ ਨੇ ਚਲਾ ਕੇ ਉਸ ਨੂੰ ਉਸ ਨਦੀ ਦੇ ਕਿਨਾਰੇ ਵੱਲ ਸੁੱਟ ਦਿੱਤਾ। ਨਾ ਉਹ ਨਦੀ ਦੇ ਵਿੱਚ ਡਿੱਗੀ, ਨਾ ਉਸ ਤਲਾਬ ਦੇ ਵਿੱਚ ਡਿੱਗੀ, ਕੰਢੇ ਤੇ ਡਿੱਗ ਪਈ। ਉਹ ਬਾਕੀ ਦੀਆਂ ਮੱਛੀਆਂ ਲੈ ਕੇ ਚਲੇ ਗਏ। ਉਹ ਔਖੇ ਸਾਹ ਲੈਣ ਲੱਗੀ। ਹੁਣ ਜਿਹੜੀ ਪਹਿਲੀ ਮਛਲੀ ਕਰਮ ਦੇ ਵਿੱਚ ਵਿਸ਼ਵਾਸ ਰੱਖਦੀ ਸੀ, ਉਸਨੇ ਭੱਜ ਕੇ ਜਾ ਕੇ ਉਸ ਦੀ ਮਦਦ ਕੀਤੀ ਕਿਉਂਕਿ ਲੋਕੇ ਦੇਖ ਰਹੀ ਸੀ। ਉਸਨੇ ਵਾਪਸ ਉਹਨੂੰ ਨਦੀ ਦੇ ਵਿੱਚ ਖਿੱਚ ਲਿਆ, ਉਸ ਦੀ ਜਾਨ ਬਚ ਗਈ। ਹੁਣ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਸਿੱਖਿਆ ਕੀ ਦਿੰਦਾ ਹੈ? ਸਭ ਤੋਂ ਵੱਡੀ ਸਿੱਖਿਆ ਤੋਂ ਇਹ ਦੇ ਰਿਹਾ ਹੈ ਕਿ ਕਦੇ ਵੀ ਇਕੱਲੀ ਕਿਸਮਤ 'ਤੇ ਨਾ ਭਰੋਸਾ ਕਰੋ। ਇਕੱਲੀ ਕਿਸਮਤ ਤੁਹਾਨੂੰ ਕਿਤੇ ਨਹੀਂ ਲਿਜਾ ਸਕਦੀ। ਦੂਸਰੀ ਗੱਲ, ਕਰਮ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹਮੇਸ਼ਾ ਸੁਰੱਖਿਅਤ ਰਹਿੰਦੇ ਨੇ, ਹਮੇਸ਼ਾ ਕੁਛ ਨਾ ਕੁਛ ਲੈ ਡਿੱਗਦੇ ਨੇ। ਤੇ ਦੂਸਰੀ ਗੱਲ, ਆਲਸੀ ਹੋਣਾ ਵੀ ਮਾੜਾ ਹੈ। ਜੇ ਆਪਾਂ ਕਹੀਏ ਨਾ ਕਿ ਮੈਂ ਦਿਮਾਗੀ ਤੌਰ 'ਤੇ ਬੜਾ ਮਜ਼ਬੂਤ ਹਾਂ ਤੇ ਦਿਮਾਗੀ ਤੌਰ 'ਤੇ ਬਿਨਾਂ ਕੰਮ ਕੀਤਿਆਂ ਬਚ ਜਾਵਾਂਗਾ, ਨਹੀਂ। ਜਿਵੇਂ ਉਹ ਮਛਲੀ ਦਿਮਾਗੀ ਤੌਰ 'ਤੇ ਮਜ਼ਬੂਤ ਸੀ, ਉਹ ਕਿਸੇ ਮੁਰਦਾ ਦੇ ਵਿੱਚ ਵੜ ਗਈ ਪਰ ਉਸ ਨੂੰ ਬਾਹਰ ਸੁੱਟ ਗਏ। ਜੇ ਪਹਿਲੀ ਮਛਲੀ ਉਸ ਦੀ ਮਦਦ ਨਾ ਕਰਦੀ ਤਾਂ ਉਸਨੇ ਵੀ ਮਰ ਜਾਣਾ ਸੀ। ਸੋ ਕਹਾਣੀ ਦਾ ਜਿਹੜਾ ਸਿੱਟਾ ਉਹ ਇਹੀ ਨਿਕਲਦਾ ਹੈ ਕਿ ਆਪਣੇ ਹੱਥਾਂ 'ਤੇ ਵਿਸ਼ਵਾਸ ਕਰੋ, ਕਰਮ ਕਰਨ ਦੇ ਵਿੱਚ ਵਿਸ਼ਵਾਸ ਰੱਖੋ, ਦਿਮਾਗ ਦੀ ਵੀ ਵਰਤੋਂ ਕਰੋ, ਪਰ ਆਲਸੀ ਨਾ ਹੋਵੋ ਤੇ ਕਿਸਮਤ ਦੇ ਉੱਤੇ ਤੇ ਕਦੇ ਵੀ ਇਕੱਲੀ ਕਿਸਮਤ ਦੇ ਉੱਤੇ ਭਰੋਸਾ ਨਾ ਕਰੋ।